ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਰੇ ਚਿਤ ਚੇਤਸ ਕੀਨ ਦਿਆਲ ਦਮੋਦਰ, ਬਿਬੈ ਨ ਜਾਣਸ ਕੋਈ। ਜੇ ਧਾਮੈ ਬ੍ਰਹਮੰਡ ਖੰਡ ਕਉ, ਕਰਤਾ ਕਰੇ ਸੋ ਹੋਈ। ਜੇ ਧਾਮੈ ਬ੍ਰਹਮੰਡ ਖੰਡ ਕਉ, ਕਰਤਾ ਕਰੇ ਸੋ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਸੰਧਿਆ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹਾਂ ਔਰ ਕੁਝ ਕੁ ਸਮਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰ, ਸਤਿਗੁਰੂ ਜੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਜਿੱਥੇ 6 ਗੁਰੂ ਸਾਹਿਬਾਨਾਂ ਦੀ ਪਾਵਨ ਬਾਣੀ ਹੈ, 15 ਭਗਤਾਂ ਦੀ, 11 ਭੱਟਾਂ ਦੀ, 3 ਗੁਰਸਿੱਖਾਂ ਦੀ, ਕੁੱਲ 35 ਮਹਾਂਪੁਰਖਾਂ ਦੀ ਬਾਣੀ ਹੈ। ਭਗਤਾਂ ਦੇ ਵਿੱਚੋਂ ਸਤਿਕਾਰਯੋਗ ਮਹਾਂਪੁਰਸ਼ ਭਗਤ ਧੰਨਾ ਜੀ, ਜਿਨ੍ਹਾਂ ਦੇ 3 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹਨ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦੇ ਸਦਕਾ ਅੱਜ ਭਗਤ ਧੰਨਾ ਜੀ ਦਾ ਜਨਮ ਦਿਨ ਵੀ ਹੈ ਔਰ ਕੁਝ ਕੁ ਵਿਚਾਰ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਕਰਾਂਗੇ ਔਰ ਉਹਨਾਂ ਦੀ ਪਾਵਨ ਬਾਣੀ ਦੇ ਵਿੱਚੋਂ ਕੁਝ ਕੁ ਜ਼ਰੂਰੀ ਵਿਚਾਰ ਸਾਂਝੇ ਕਰਨ ਦੇ ਯਤਨ ਕਰਾਂਗੇ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਭਗਤ ਧੰਨਾ ਜੀ, ਜਿਨ੍ਹਾਂ ਦਾ ਜਨਮ ਰਾਜਸਥਾਨ ਦੇ ਜ਼ਿਲ੍ਹਾ ਟਾਂਕ ਦੇ ਇੱਕ ਛੋਟੇ ਜਿਹੇ ਪਿੰਡ ਧੁਆਣ ਕਲਾਂ ਵਿੱਚ ਹੋਇਆ ਹੈ। ਭਗਤ ਧੰਨਾ ਜੀ ਦੇ ਪਿਤਾ ਜੀ ਦਾ ਨਾਮ ਭਾਈ ਪੰਨਾ ਜੀ ਸੀ ਔਰ ਮਾਤਾ ਦਾ ਨਾਮ ਮਾਤਾ ਗੰਗਾ ਬਾਈ ਜੀ। ਹਰ ਕਈਆਂ ਨੇ ਮਾਤਾ ਧੰਨੋ ਜੀ ਵੀ ਕਰਕੇ ਲਿਖਿਆ ਹੈ। ਪਤਨੀ ਬੀਬੀ ਸੁਧਾ ਜੀ ਭਗਤ ਧੰਨਾ ਜੀ ਦੀ ਪਤਨੀ ਦਾ ਨਾਮ ਹੈ ਔਰ ਭਗਤ ਧੰਨਾ ਜੀ ਖੇਤੀਬਾੜੀ ਨਾਲ ਸੰਬੰਧਿਤ ਜੱਟ ਜ਼ਿਮੀਂਦਾਰ ਨਾਲ ਸੰਬੰਧ ਰੱਖਣ ਵਾਲੇ ਸਨ। ਭਗਤ ਧੰਨਾ ਜੀ ਘਰ ਦੀ ਹੀ ਖੇਤੀਬਾੜੀ ਔਰ ਘਰ ਦਾ ਹੀ ਮਾਲ ਡੰਗਰ ਸਾਂਭਣ ਵਾਲੇ ਛੋਟੀ ਉਮਰ ਤੋਂ ਹੀ ਭਗਤ ਧੰਨਾ ਜੀ ਖੇਤੀਬਾੜੀ ਦੇ ਕੰਮਾਂ ਵਿੱਚ ਪੈ ਗਏ ਸਨ। ਪਰ ਇਸ ਪਾਸੇ ਕਿਵੇਂ ਆਏ ਹੋ? ਭਗਤ ਧੰਨਾ ਜੀ ਰੱਬ ਵਾਲੇ ਪਾਸੇ ਕਿਵੇਂ ਜੁੜੇ? ਜਦੋਂ ਵੀ ਕਿਸੇ ਨੇ ਰੱਬ ਨਾਲ ਜੁੜਨਾ ਹੈ, ਪਰਮਾਤਮਾ ਨਾਲ ਜੁੜਨਾ ਹੈ, ਉਹਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਐਸਾ ਮੌਕਾ ਬਣਦਾ ਹੈ ਜਿਸ ਦਾ ਕਰਕੇ ਉਹ ਧਰਮ ਵਾਲੇ ਪਾਸੇ ਆਉਂਦਾ ਹੈ। ਕੋਈ ਇਹੋ ਜਿਹੀ ਵਿਧ ਬਣਦੀ ਹੈ, ਕੋਈ ਇਹੋ ਜਿਹਾ ਮੌਕਾ ਮਿਲਦਾ ਹੈ ਜ਼ਿੰਦਗੀ ਦੇ ਵਿੱਚ ਜਿਸ ਕਰਕੇ ਮਨੁੱਖ ਆਪਣੀ ਜੀਵਨ ਨੂੰ ਬਦਲ ਲੈਂਦਾ ਹੈ। ਉਸ ਦੇ ਜੀਵਨ ਦੇ ਵਿੱਚ ਬਦਲਾਅ ਆਉਂਦਾ ਹੈ। ਜੇਕਰ ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚੋਂ ਵੇਖੀਏ, ਪੁੱਛੀਏ ਨਾ, ਸਭ ਤੋਂ ਮੁੱਖ ਰਸਤਾ ਹੈ ਮਨੁੱਖ ਨੂੰ ਬਦਲਣ ਦਾ, ਉਹ ਹੈ ਸੰਗਤ।
ਸੰਗਤ ਬੰਦੇ ਨੂੰ ਬਹੁਤ ਕੁਝ ਬਦਲ ਕੇ ਰੱਖ ਦਿੰਦੀ ਹੈ, ਬੜਾ ਹੀ ਜ਼ਿਆਦਾ ਬਦਲ ਦਿੰਦੀ ਹੈ। ਸੰਗਤ ਮਾੜੀ ਵੀ ਬਦਲ ਦਿੰਦੀ ਹੈ, ਸੰਗਤ ਚੰਗੀ ਵੀ ਬਦਲ ਦਿੰਦੀ ਹੈ। ਮਾੜੀ ਸੰਗਤ ਥੱਲੇ ਲੈ ਆਉਂਦੀ ਹੈ, ਚੰਗੀ ਸੰਗਤ ਬੰਦੇ ਨੂੰ ਉੱਪਰ ਲੈ ਜਾਂਦੀ ਹੈ। ਚੰਗੀ ਸੰਗਤ ਦੇ ਨਾਲ ਬੰਦਾ ਮਨੁੱਖ ਜਿਹੜਾ ਹੈ ਉਹ ਤਰੱਕੀਆਂ ਵਾਲੇ ਪਾਸੇ ਵੱਧਦਾ ਹੈ, ਤੁਰਦਾ ਹੈ। ਮਾੜੀ ਸੰਗਤ ਦਿਨੋਂ ਦਿਨ ਬੰਦੇ ਨੂੰ ਕਮਜ਼ੋਰ ਤੇ ਕੱਚਿਆਂ ਕਰੀ ਤੁਰੀ ਜਾਂਦੀ ਹੈ। ਜਦੋਂ ਭਗਤ ਧੰਨਾ ਜੀ ਆਪਣੇ ਕਾਰੋਬਾਰ ਦੇ ਵਿੱਚ, ਕੰਮ ਦੇ ਵਿੱਚ ਲੱਗੇ ਹੁੰਦੇ ਸਨ ਤੇ ਨਾਲ ਨਾਲ ਉਹ ਰੱਬ ਨੂੰ ਵੀ ਯਾਦ ਕਰਦੇ ਸਨ। ਪਰ ਜਦੋਂ ਇੱਕ ਮੌਕਾ ਬਣਦਾ ਹੈ ਜ਼ਿੰਦਗੀ ਦੇ ਵਿੱਚ, ਉਹ ਕਿਵੇਂ ਮੌਕਾ ਬਣਿਆ? ਬੜੇ ਤਰ੍ਹਾਂ ਦੇ ਲੋਕਾਂ ਨੇ ਬੜੇ ਤਰ੍ਹਾਂ ਦੀਆਂ ਕਥਾ ਕਹਾਣੀਆਂ ਭਗਤ ਧੰਨਾ ਜੀ ਦੇ ਜੀਵਨ ਨਾਲ ਜੋੜ ਦਿੱਤੀਆਂ ਗਈਆਂ, ਜਿਹੜੀਆਂ ਕਿ ਮਨੋਕਲਪਤ ਨੇ, ਜਿਹੜੀਆਂ ਸਚਾਈ ਨਹੀਂ, ਜਿਹੜੀਆਂ ਸੱਚ ਨਹੀਂ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭਗਤ ਧੰਨਾ ਜੀ ਦੇ 3 ਸ਼ਬਦ ਜਿੱਥੇ ਮੌਜੂਦ ਨੇ, ਉੱਥੋਂ ਇਹ ਸਿੱਧ ਹੁੰਦਾ ਹੈ ਭਗਤ ਧੰਨਾ ਜੀ ਦੇ 3 ਸ਼ਬਦਾਂ ਦੇ ਵਿੱਚੋਂ ਹੀ ਕਿ ਭਗਤ ਧੰਨਾ ਜੀ ਦਾ ਅਕਾਲ ਪੁਰਖ ਪਰਮਾਤਮਾ ਦੇ ਉੱਪਰ ਅਟੱਲ ਭਰੋਸਾ ਸੀ, ਵਿਸ਼ਵਾਸ ਸੀ। ਹੁਣ ਜਿਹੜੀ ਗੱਲ ਭਗਤ ਧੰਨਾ ਜੀ ਦੇ ਜੀਵਨ ਦੇ ਵਿੱਚੋਂ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ, ਕਹਿੰਦੇ ਉਹ ਇੱਕ ਦਿਨ ਆਪਣੇ ਮਾਲ ਡੰਗਰ ਦੇ ਨਾਲ ਖੇਤਾਂ ਨੂੰ ਜਾ ਰਹੇ ਸਨ, ਗਾਵਾਂ ਉਹਨਾਂ ਦੇ ਕੋਲ ਸਨ ਤੇ ਖੇਤਾਂ ਵੱਲ ਨੂੰ ਜਾ ਰਹੇ ਨੇ। ਇੱਕ ਮੰਦਿਰ ਦੇ ਕੋਲੋਂ, ਠਾਕੁਰ ਦੁਆਰੇ ਦੇ ਕੋਲੋਂ ਦੀ ਉਹ ਲੰਘ ਰਹੇ ਸਨ ਤੇ ਕੀ ਵੇਖਿਆ ਕਿ ਅੰਦਰ ਬੈਠਾ ਪੰਡਤ ਪੱਥਰ ਦੀ ਇੱਕ ਮੂਰਤੀ ਨੂੰ ਕੁਝ ਖਵਾ ਰਿਹਾ ਹੈ, ਕੁਝ ਉਹਨਾਂ ਨੂੰ ਛਕਾ ਰਿਹਾ ਹੈ। ਜਦੋਂ ਉਹਨੇ ਪੁੱਛਿਆ ਕਿ ਪੰਡਤ ਜੀ ਤੁਸੀਂ ਇਹ ਕੀ ਕਰ ਰਹੇ ਹੋ, ਕਹਿੰਦਾ ਮੈਂ ਆਪਣੇ ਭਗਵਾਨ ਨੂੰ ਭੋਜਨ ਛਕਾ ਰਿਹਾ ਹਾਂ, ਭੋਜਨ ਖਵਾ ਰਿਹਾ ਹਾਂ। ਭਗਤ ਧੰਨਾ ਜੀ ਕਹਿੰਦੇ ਇਦਾਂ ਇਹ ਭੋਜਨ ਖਾ ਲਵੇਗਾ, ਛਕ ਲਵੇਗਾ? ਕਹਿੰਦਾ ਹਾਂ ਛਕ ਲਵੇਗਾ। ਕਹਿੰਦੇ ਕਹਾਣੀ ਇਦਾਂ ਚੱਲ ਰਹੀ ਹੈ ਕਿ ਉਸੇ ਵਕਤ ਹੀ ਭਗਤ ਧੰਨਾ ਜੀ ਨੇ ਪੰਡਤ ਨੂੰ ਕਿਹਾ ਕਿ ਮੈਨੂੰ ਵੀ ਇੱਕ ਪੱਥਰ ਦੇ ਦੇਵੋ, ਜਿਸ ਪੱਥਰ ਦੇ ਨਾਲ ਮੈਂ ਵੀ ਪੂਜਾ ਕਰਾਂ ਤੇ ਮੈਂ ਵੀ ਰੱਬ ਦੀ ਪ੍ਰਾਪਤੀ ਕਰਾਂ। ਕਹਿੰਦੇ ਇਦਾਂ ਗੱਲਾਂ ਬਾਤਾਂ ਕਰਨ ਤੋਂ ਬਾਅਦ ਪੰਡਤ ਨੇ ਉਹਨਾਂ ਨੂੰ ਪੱਥਰ ਦੇ ਦਿੱਤਾ। ਪੱਥਰ ਨੂੰ ਜਾ ਕੇ ਉਹਨਾਂ ਨੇ ਅੱਗੇ ਰੱਖਿਆ, ਲੱਕੜ ਦੀ ਇੱਕ ਚੌਂਕੀ ਬਣਾਈ, ਉਹਦੇ ਅੱਗੇ ਤਰਲੇ ਕੱਢੇ। ਫਿਰ ਆਖਰ ਨੂੰ ਬੜੇ ਚਿਰਾਂ ਬਾਅਦ ਉਹ ਪੱਥਰ ਨੇ ਨਾ ਤਾਂ ਦੁੱਧ ਪੀਤਾ, ਨਾ ਹੀ ਭੋਜਨ ਖਾਧਾ। ਰਾਤ ਨੂੰ ਸੁਪਨਾ ਆਇਆ ਤੇ ਸੁਪਨੇ ਦੇ ਵਿੱਚ ਭਗਤ ਧੰਨਾ ਜੀ ਨੂੰ ਰੱਬ ਨੇ ਦਰਸ਼ਨ ਦਿੱਤੇ। ਇਸ ਤਰੀਕੇ ਨਾਲ ਇਹ ਕਹਾਣੀ ਆਪ ਚੱਲਦੀ ਹੈ। ਹੁਣ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰੋਂ ਆਪਾਂ ਜਦੋਂ ਵੇਖੀਏ, ਪੜ੍ਹੀਏ ਨਾ, ਕਦੇ ਵੀ ਐਸਾ ਨਹੀਂ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਗੱਲ ਦਾ ਖੰਡਨ ਕੀਤਾ ਹੋਵੇ ਜਾਂ ਜਿਹੜੀ ਗੱਲ ਨੂੰ ਕੱਟਿਆ ਹੋਵੇ, ਉਸੇ ਨਾਲ ਸੰਬੰਧਤ ਦੂਜਾ ਇਨਸਾਨ ਨੂੰ ਵੀ ਉਹਦੇ ਬਰਾਬਰ ਲਿਆ ਕੇ ਖੜਾ ਕਰ ਦਿੱਤਾ ਜਾਵੇ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੱਥਰ ਪੂਜਾ ਦੀ ਮਨਾਹੀ ਹੈ ਤੇ ਦੂਜੇ ਪਾਸੇ ਪੱਥਰ ਪੂਜਕ ਨੂੰ ਆਪਣੇ ਬਰਾਬਰ ਲਿਆ ਕੇ ਬਿਠਾ ਦੇਣਾ, ਇਹ ਕਦੇ ਵੀ ਸ਼ੋਭਾ ਨਹੀਂ ਦਿੰਦੀ ਗੱਲ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਰੋਧਾਭਾਸ ਵਾਲੀ ਤਾਂ ਕੋਈ ਗੱਲ ਹੈ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜੀ ਗੱਲ ਕੱਟੀ ਹੈ ਤੇ ਉਹਨੂੰ ਕਲੀਅਰ ਕੱਟਿਆ ਹੋਇਆ। ਜਿਹੜੀ ਗੱਲ ਦਾ ਵਿਰੋਧ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਨੇ ਬਿਲਕੁਲ ਬੇਬਾਕੀ ਦੇ ਨਾਲ ਵਿਰੋਧ ਕੀਤਾ ਹੈ। ਜਿਹੜੀ ਗੱਲ ਗਲਤ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਬੇਬਾਕੀ ਦੇ ਨਾਲ ਇਹ ਗੱਲ ਕਹੀ ਹੈ ਕਿ ਇਹ ਗੱਲ ਗਲਤ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰੋਂ ਜਦੋਂ ਆਪਾਂ ਪੜ੍ਹੀਏ ਨਾ, ਭਗਤ ਧੰਨਾ ਜੀ ਦੇ ਜੀਵਨ ਦੇ ਵਿੱਚੋਂ ਆਪਾਂ ਨੂੰ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਭਗਤ ਧੰਨਾ ਜੀ ਬਦਲੇ ਕਿਵੇਂ, ਧਰਮ ਵਾਲੇ ਪਾਸੇ ਆਏ ਕਿਵੇਂ। ਇੱਕ ਸ਼ਬਦ ਹੈ ਧੰਨ ਗੁਰੂ ਅਰਜਨ ਸਾਹਿਬ ਜੀ ਦਾ, ਬੜਾ ਪਿਆਰਾ ਹੈ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਨਾ। ਕਹਿੰਦੇ ਗੋਬਿੰਦ 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 ਪ੍ਰਮਾਤਮਾ ਦੇ ਨਾਲ ਨਾਮ ਦਿਓ ਮਨ ਲੀਨਾ, ਨਾਮਦੇਵ ਦਾ ਮਨ ਲੀਨ ਹੋ ਗਿਆ, ਪਤੀਜ ਗਿਆ। ਆੜ ਦਾਮ ਕੋ ਸ਼ੀਪਰੋ, ਅੱਧੀ ਕੌਡੀ ਦਾ ਸ਼ੀਪਾ, ਭਾਵ ਅੱਧੀ ਕੌਡੀ ਦਾ ਸੀ ਨਾਮਦੇਵ। ਹੋਇਓ ਲਾਖੀਨਾ, ਜਦੋਂ ਉਹ ਗੋਬਿੰਦ ਪ੍ਰਮਾਤਮਾ ਦੇ ਨਾਲ ਜੁੜਿਆ, ਉਹ ਲੱਖਾਂ ਦਾ ਹੋ ਗਿਆ। ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਨਾ, ਉਹ ਅੱਧੀ ਕੌਡੀ ਦਾ ਨਾਮਦੇਵ ਉਹ ਲੱਖਾਂ ਕਰੋੜਾਂ ਦਾ ਬਣ ਗਿਆ। ਹੋਇਓ ਲਾਖੀਨਾ, ਅੱਗੇ ਲਿਖਿਆ ਹੈ, ਕਹਿੰਦੇ ਬੁਨਣਾ ਤਨਣਾ ਤਿਆਗ ਕੈ, ਪ੍ਰੀਤ ਚਰਨ ਕਬੀਰਾ। ਕਬੀਰ ਸਾਹਿਬ ਜੀ ਦੇ ਬਾਰੇ ਗੱਲਬਾਤ ਕੀਤੀ ਕਿ
ਬਾਬਾ ਕਬੀਰ ਜੀ ਦਾ ਕੰਮ ਬੁਰਨਾ ਤਰਨਾ ਦਾ ਸੀ, ਜੁਲਾਹੇ ਦਾ ਕੰਮ ਸੀ। ਭਗਤ ਕਬੀਰ ਜੀ ਜਦੋਂ ਬੁਰਨਾ ਤਰਨਾ ਆਪਣੇ ਅੰਦਰ ਵੀ ਨਾਲ ਤਿਆਗਣਾ ਔਰ ਬਾਹਰ ਵੀ ਜਿਹੜਾ ਕੰਮ ਕਰਦੇ ਸਨ, ਬੁਰਨਾ ਤਰਨਾ ਸਰੀਰਕ ਤੌਰ ਤੇ ਉਹਨਾਂ ਦੀ ਕਿਰਤ ਸੀ, ਪਰ ਸੁਰਤ ਦੇ ਵਿੱਚ ਜਿਹੜਾ ਵਾਰ-ਵਾਰ ਵਿਕਾਰਾਂ ਨੂੰ ਤਨਣਾ, ਵਿਸ਼ੇ ਵਿਕਾਰਾਂ ਨੂੰ ਉਹਨਾਂ ਨੂੰ ਤਿਆਗ ਚੁੱਕੇ ਸਨ, ਅੰਦਰ ਦੀਆਂ ਵਾਸ਼ਨਾਵਾਂ ਨੂੰ ਕੰਟਰੋਲ ਕਰ ਚੁੱਕੇ ਸਨ। ਭਗਤ ਕਬੀਰ ਜੀ ਉੱਚੀ ਅਵਸਥਾ ਦੇ ਮਾਲਕ ਬਣ ਚੁੱਕੇ ਸਨ। ਬੁਰਨਾ ਤਰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਕਬੀਰ ਸਾਹਿਬ ਜੀ ਦੀ ਪ੍ਰੀਤ ਹੈ ਜਿਹੜੀ ਉਹ ਅਕਾਲ ਪੁਰਖ ਦੇ ਨਾਲ ਜੁੜੀ। ਪ੍ਰੀਤ ਚਰਨ ਕਬੀਰਾ, ਫਿਰ ਕੀ ਹੋਇਆ? ਨੀਚ ਕੁੱਲਾ ਜੁਲਾਹਰਾ ਭਇਓ ਗੁਣੀ ਗਹੀਰਾ। ਨੀਚ ਕੁੱਲ ਦਾ ਜੁਲਾਹਾ, ਛੋਟੀ ਜਾਤ ਦਾ ਕਬੀਰ, ਨੀਚ ਕੁੱਲਾ ਜੁਲਾਹਰਾ ਭਇਓ ਗੁਣੀ ਗਹੀਰਾ। ਅੱਗੇ ਲਿਖਿਆ ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ। ਰਵਿਦਾਸ ਵੀ ਜਿਹੜਾ ਕਿ ਜਾਤ ਪੱਖੋਂ ਚਮਾਰ ਸਨ, ਚੰਮ ਦਾ ਕੰਮ ਕਰਨ ਵਾਲੇ ਸਨ, ਮਰੇ ਪਸ਼ੂਆਂ ਨੂੰ ਢੋਣ ਦਾ ਕੰਮ ਸਨ। ਆਮ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਇਹ ਕੰਮ ਨੇ ਜਿਹੜੇ ਛੋਟੇ ਨੇ, ਨੀਵੀਆਂ ਜਾਤਾਂ ਵਾਲੇ ਕਰਨ ਵਾਲੇ ਨੇ। ਜੁਲਾਹਿਆਂ ਦਾ ਕੰਮ ਨੀਵੀਂ ਜਾਤ ਵਾਲੇ ਕਰਦੇ ਨੇ। ਚੰਮ ਢੋਣ ਦਾ, ਕੱਟਣ ਦਾ, ਕੁੱਟਣ ਦਾ, ਇਕੱਠੇ ਕਰਨ ਦਾ, ਸਾਂਭਣ ਦਾ ਚੰਮ ਦਾ ਕੰਮ ਹੈ ਜਿਹੜਾ ਉਹ ਨੀਵੀਂ ਜਾਤ ਵਾਲੇ ਮੰਨਿਆ ਜਾਂਦਾ ਹੈ, ਕਰਦੇ ਨੇ। ਛੀਪੇ ਦਾ, ਛਪਾਈ ਦਾ ਕੰਮ ਜਿਹੜਾ ਕਰਨਾ ਹੈ ਉਹ ਕਹਿੰਦੇ ਨੀਵੀਂ ਜਾਤ ਵਾਲੇ ਕਰਦੇ ਨੇ। ਸੱਚ ਜਾਣਿਓ, ਜਿੰਨਾ ਕੁਝ ਆਪਾਂ ਆਪਣੇ ਘਰਾਂ ਦੇ ਵਿੱਚ ਵਰਤਦੇ ਹਾਂ ਜ਼ਿਆਦਾਤਰ ਉਹ ਨੀਵੀਆਂ ਜਾਤਾਂ ਵਾਲੇ ਹੀ ਕਰਦੇ ਨੇ, ਜਿਨ੍ਹਾਂ ਨੂੰ ਨੀਵੀਆਂ ਜਾਤਾਂ ਕਹਿ ਕੇ ਭੰਡਿਆ ਜਾਂਦਾ ਹੈ, ਬਣਾਇਆ ਜਾਂਦਾ ਹੈ। ਕਹਿੰਦੇ ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ। ਉਹਨਾਂ ਨੇ ਵੀ ਆਪਣੇ ਅੰਦਰ ਦੀ ਮਾਇਆ ਤਿਆਗ ਦਿੱਤੀ। ਪ੍ਰਗਟ ਹੁਆ ਸਾਧ ਸੰਗ ਹਰ ਦਰਸ਼ਨ ਪਾਇਆ। ਉਹ ਵੀ ਸੰਗਤ ਦੇ ਵਿੱਚ ਭਗਤ ਕਬੀਰ ਜੀ ਵੀ ਪ੍ਰਤੱਖ ਪ੍ਰਗਟ ਹੋਏ, ਭਾਵ ਸੰਗਤ ਦੇ ਵਿੱਚੋਂ ਉਹਨਾਂ ਦੇ ਅੰਦਰ ਪ੍ਰਮਾਤਮਾ ਦੀ ਜੋਤ ਜਗੀ। ਸੰਗਤ ਕਰਦਿਆਂ ਕਰਦਿਆਂ ਰਵਿਦਾਸ ਜੀ ਵੀ ਪ੍ਰਮਾਤਮਾ ਦੇ ਨਾਲ ਜੁੜ ਗਏ। ਫਿਰ ਅੱਗੇ ਲਿਖਿਆ ਗੁਰੂ ਅਰਜਨ ਸਾਹਿਬ ਜੀ ਪਾਤਸ਼ਾਹ ਜੀ ਕਹਿੰਦੇ ਸੈਣ ਨਾਈ ਬੁੱਤ ਕਾਰੀਆ। ਉਹ ਘਰ ਘਰ ਸੁਣਿਆ। ਨਾਈਆਂ ਦਾ ਕੰਮ ਹੁੰਦਾ ਸੀ ਅਸਲ ਵਿੱਚ ਕਿ ਘਰ ਘਰ ਦੇ ਵਿੱਚ ਸੁਨੇਹੇ ਦੇਣੇ, ਘਰ ਘਰ ਦੇ ਵਿੱਚ ਸੱਦੇ ਦੇਣੇ। ਅੱਜ ਵੀ ਪਿੰਡਾਂ ਦੇ ਵਿੱਚ ਕਈ ਜਗ੍ਹਾ ਤੇ ਚੱਲਦਾ ਹੈ, ਜਦੋਂ ਕਿਸੇ ਘਰ ਦੇ ਵਿੱਚ ਖੁਸ਼ੀ ਗਮੀ ਦਾ ਕੋਈ ਪ੍ਰੋਗਰਾਮ ਹੋਵੇ, ਇੱਕ ਬੰਦੇ ਨੂੰ ਸੁਨੇਹਾ ਦੇ ਦਿੱਤਾ ਜਾਂਦਾ ਹੈ ਕਿ ਤੂੰ ਭਾਈ ਘਰ ਘਰ ਜਾ ਕੇ ਸੁਨੇਹਾ ਦੇਣਾ ਹੈ ਕਿ ਇਸ ਘਰ ਦੇ ਵਿੱਚ ਆਹ ਕੰਮ ਹੈ। ਉਹਨੂੰ ਬੁੱਤੀਆਂ ਕੱਢਣ ਦਾ ਕੰਮ ਵੀ ਕਿਹਾ ਜਾਂਦਾ ਸੀ। ਸੁਨੇਹੇ ਦੇਣੇ, ਸੱਦੇ ਘੱਲਣੇ ਸਾਰਿਆਂ ਦੇ ਘਰਾਂ ਘਰਾਂ ਦੇ ਵਿੱਚ ਜਾ ਕੇ। ਉਹ ਫਿਰ ਸੱਦਾ ਦਿੰਦਾ ਹੁੰਦਾ ਸੀ ਸਾਰਿਆਂ ਨੂੰ ਘਰਾਂ 'ਚ ਜਾ ਕੇ। ਕਹਿੰਦੇ ਸੈਣ ਨਾਈ ਪੁੱਤ ਕਾਰੀਆ। ਉਹ ਘਰ ਘਰ ਸੁਣਿਆ। ਘਰ ਘਰ ਦੇ ਵਿੱਚ ਉਹਦੀ ਪਛਾਣ ਸੀ, ਜਾਣ ਪਛਾਣ ਸੀ ਭਗਤ ਸੈਣ ਜੀ ਦੀ। ਸੈਣ ਨਾਈ ਪੁੱਤ ਕਾਰੀਆ, ਉਹ ਘਰ ਘਰ ਸੁਣਿਆ। ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਅੰਦਰ ਪ੍ਰਮਾਤਮਾ ਵਸ ਗਿਆ, ਹਿਰਦੇ ਦੇ ਵਿੱਚ ਪ੍ਰਮਾਤਮਾ ਦੀ ਜੋਤ ਪ੍ਰਗਟ ਹੋਈ। ਕਹਿੰਦੇ ਭਗਤਾਂ ਦੇ ਵਿੱਚ ਉਹਦੀ ਗਿਣਤੀ ਸ਼ਾਮਲ ਹੋ ਗਈ। ਕਿਹਦੀ? ਭਗਤ ਸੈਣ ਜੀ ਦੀ। ਇਸੇ ਤਰ੍ਹਾਂ ਕਹਿੰਦੇ ਸੈਣ ਨਾਈ ਬੁੱਤਕਾਰੀਆ, ਉਹ ਘਰ ਘਰ ਸੁਣਿਆ। ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਹੁਣ ਇਹ ਚਾਰੇ ਭਗਤਾਂ ਦੀ ਵਿਚਾਰਧਾਰਾ ਸੁਣ ਕੇ, ਚਾਰੇ ਭਗਤਾਂ ਦੀ ਸੰਗਤ ਮਾਣ ਕੇ, ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਨਾ। ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਨੀਚ ਕੁੱਲਾ ਜੁਲਾਹਰਾ ਭਇਓ ਗੁਣੀ ਗਹੀਰਾ। ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ। ਪ੍ਰਗਟ ਹੁਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਣ ਨਾਈ ਪੁੱਤਕਾਰੀਆ, ਉਹ ਘਰ ਘਰ ਸੁਣਿਆ। ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਅਖੀਰ ਤੇ ਫਿਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਇਹ ਬਿਧ ਸੁਣ ਕੇ ਜਾਟਰੋ। ਇਹਨਾਂ ਸਾਰੇ ਭਗਤਾਂ ਦੀ ਵਿਧੀ ਸੁਣ ਕੇ, ਇਹਨਾਂ ਸਾਰੇ ਭਗਤਾਂ ਦੀ ਵਿਚਾਰਧਾਰਾ ਸੁਣ ਕੇ, ਇਹ ਬਿਧ ਸੁਣ ਕੇ ਜਾਟਰੋ ਉੱਠ ਭਗਤੀ ਲੱਗਾ। ਉੱਠ ਕੇ ਪ੍ਰਮਾਤਮਾ ਦੀ ਭਗਤੀ ਵਾਲੇ ਪਾਸੇ ਲੱਗ ਗਿਆ। ਸੰਗਤ ਦੇ ਵਿੱਚੋਂ ਉਹਦੇ ਉੱਪਰ ਅਸਰ ਹੋਇਆ। ਇਹੋ ਜਿਹਾ ਸੰਗਤ ਦੇ ਵਿੱਚੋਂ ਅਸਰ ਹੋਇਆ ਕਿ ਭਗਤ ਧੰਨਾ ਜੇ ਘਰ ਦੇ ਕੰਮ ਦੇ ਨਾਲ ਨਾਲ ਪ੍ਰਮਾਤਮਾ ਦੇ ਨਾਲ ਜੁੜ ਗਏ। ਇਹ ਬਿਧ ਸੁਣ ਕੇ ਜਾਟਰੋ ਸਪਸ਼ਟ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਇਹ ਬਿਧ ਸੁਣ ਕੇ ਜਾਟਰੋ ਉੱਠ ਭਗਤੀ ਲੱਗਾ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਪ੍ਰਤੱਖ ਪ੍ਰਮਾਤਮਾ ਉਹਨੂੰ ਮਿਲਿਆ ਕਿੱਥੋਂ? ਸੰਗਤ, ਸਤ ਸੰਗੀਆਂ ਦੀ ਸੰਗਤ ਦੇ ਵਿੱਚੋਂ, ਮਹਾਂਪੁਰਸ਼ਾਂ ਦੀ ਸੰਗਤ ਦੇ ਵਿੱਚੋਂ। ਭਗਤ ਕਬੀਰ ਜੀ ਵਰਗੇ ਮਹਾਂਪੁਰਸ਼, ਭਗਤ ਰਵਿਦਾਸ ਜੀ ਵਰਗੇ ਮਹਾਂਪੁਰਸ਼, ਭਗਤ ਸੈਣ ਜੀ ਵਰਗੇ ਮਹਾਂਪੁਰਸ਼, ਭਗਤ ਰਵਿਦਾਸ ਜੀ ਵਰਗੇ ਮਹਾਂਪੁਰਸ਼ਾਂ ਦੀ ਸੰਗਤ ਦੇ ਵਿੱਚ ਬੈਠ ਕੇ ਉਹ ਭਗਤ ਧੰਨਾ ਜੀ ਵੀ ਪ੍ਰਮਾਤਮਾ ਵਾਲੇ ਰਾਹ ਦੇ ਉੱਪਰ ਤੁਰ ਪਏ।
ਹੁਣ ਜਿਹੜੀ ਭਗਤ ਧੰਨਾ ਜੀ ਦੇ ਨਾਲ ਇਹ ਸਾਖੀ ਜੋੜ ਦਿੱਤੀ ਗਈ ਕਿ ਇੱਕ ਪੱਥਰ ਦੀ ਉਹ ਪੂਜਾ ਕਰਦੇ ਰਹੇ ਤੇ ਪੱਥਰ ਦੇ ਵਿੱਚੋਂ ਭਗਤ ਧੰਨਾ ਜੀ ਨੂੰ ਰੱਬ ਦੀ ਪ੍ਰਾਪਤੀ ਹੋਈ। ਹੁਣ ਬਾਬਾ ਭਗਤ ਧੰਨਾ ਜੀ ਨੂੰ ਖੁਦ ਪੁੱਛ ਲਈਏ ਤਾਂ ਭਗਤ ਧੰਨਾ ਜੀ ਆਪਣੀ ਪਾਵਨ ਬਾਣੀ ਦੇ ਵਿੱਚ ਬੜੇ ਪਿਆਰੇ ਬੋਲ ਬਚਨ ਉਚਾਰਨ ਕਰਦਿਆਂ ਹੋਇਆਂ ਕਹਿੰਦੇ ਨੇ ਕਿ ਸੱਜਣਾ ਇੱਕ ਗੱਲ ਚੇਤਾ ਰੱਖੀ, ਪ੍ਰਮਾਤਮਾ ਨੂੰ ਤੂੰ ਕਿਉਂ ਨਹੀਂ ਚੇਤੇ ਕਰ ਰਿਹਾ? ਜਿਹੜਾ ਪ੍ਰਮਾਤਮਾ ਸਭ ਸੰਸਾਰ ਦੇ ਵਿੱਚ ਵਸਿਆ ਹੋਇਆ ਏ, ਭਗਤ ਧੰਨਾ ਜੀ ਹੀ ਖੁਦ ਆਪਣੀ ਪਾਵਨ ਬਾਣੀ ਵਿੱਚ ਕਹਿੰਦੇ ਨੇ, ਰੇ ਚਿਤ ਚੇਤਸ, ਐ ਮਨੁੱਖਾ ਤੂੰ ਆਪਣੇ ਹਿਰਦੇ ਦੇ ਵਿੱਚ ਚੇਤੇ ਕੀ ਨਾ ਦਿਆਲ ਦਮੋਸਰ, ਕਿਉਂ ਨਹੀਂ ਚੇਤੇ ਕਰ ਰਿਹਾ ਉਸ ਦਿਆਲ ਨੂੰ, ਉਸ ਦਮੋਦਰ ਪ੍ਰਮਾਤਮਾ ਨੂੰ ਤੂੰ ਕਿਉਂ ਨਹੀਂ ਚੇਤੇ ਕਰ ਰਿਹਾ, ਜਿਹੜਾ ਸਾਰੇ ਪਾਸੇ ਵਸਿਆ ਹੋਇਆ ਹੈ, ਜਿਹੜਾ ਖੁਦ ਦਇਆ ਦਾ ਘਰ ਹੈ, ਤੂੰ ਉਹਨੂੰ ਰੱਬ ਨੂੰ ਕਿਉਂ ਨਹੀਂ ਚੇਤੇ ਕਰ ਰਿਹਾ? ਹੁਣ ਭਗਤ ਧੰਨਾ ਜੀ ਦੀ ਇਹ ਪਾਵਨ ਬਾਣੀ ਦਾ ਸ਼ਬਦ ਹੈ, ਆਸਾ ਰਾਗ ਦੇ ਵਿੱਚ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ 487 ਨੰਬਰ ਉੱਪਰ ਸੁਭਾਇਮਾਨ ਹੈ। ਫਿਰ ਪੰਕਤੀ ਨੂੰ ਸੁਣਿਓ, ਭਗਤ ਧੰਨਾ ਜੀ ਕਹਿੰਦੇ ਨੇ, ਰੇ ਚਿਤ ਚੇਤਸ ਕੀਨਾ ਦਇਆਲ ਦਮੋਦਰ, ਐ ਮਨੁੱਖਾ ਤੂੰ ਉਸ ਰੱਬ ਨੂੰ ਕਿਉਂ ਨਹੀਂ ਚੇਤੇ ਕਰ ਰਿਹਾ, ਜਿਹੜਾ ਦਇਆਲ ਹੈ, ਜਿਹੜਾ ਦਮੋਦਰ ਹੈ, ਜਿਹੜਾ ਸਭ ਜੀਵਾਂ ਦੇ ਉੱਪਰ ਤਰਸ ਕਰਨ ਵਾਲਾ ਹੈ। ਬਿਬੈ ਨਾ ਜਾਣਸ ਕੋਈ, ਤੂੰ ਹੋਰਨਾਂ ਦੇ ਉੱਪਰ ਆਸ ਕਿਉਂ ਲਾਈ ਬੈਠਾ ਹੈ? ਇੱਥੇ ਉਹਦੇ ਤੋਂ ਬਿਨਾ ਕੋਈ ਨਹੀਂ ਹੈਗਾ। ਇੱਥੇ ਇਹ ਭਗਤ ਧੰਨਾ ਜੀ ਖੁਦ ਕਹਿ ਰਹੇ ਨੇ। ਰੇ ਜੇ ਧਾਮੈ ਬ੍ਰਹਮੰਡ ਖੰਡ ਕਉ, ਕਹਿੰਦੇ ਜੇ ਦੇਸ਼ ਵਿਦੇਸ਼ ਦੇ ਵਿੱਚ ਕਿਸੇ ਹੋਰ ਪਾਸੇ ਵੀ ਚਲੇ ਜਾਵੇਂ, ਕਿਤੇ ਦੂਰ ਨੇੜੇ ਜਾ ਕੇ ਵੀ ਦੌੜਾਂ ਲਾ ਲਵੇਂ ਕਿ ਮੈਨੂੰ ਇੱਥੋਂ ਕੁਝ ਪ੍ਰਾਪਤੀ ਹੋ ਜਾਊ, ਕੁਝ ਉਧਰੋਂ ਪ੍ਰਾਪਤੀ ਹੋ ਜਾਊ। ਜੇ ਧਾਮੈ ਬ੍ਰਹਮੰਡ ਖੰਡ ਕਉ, ਕਰਤਾ ਕਰੇ ਸੋ ਹੋਏ, ਕਰਨਾ ਉਹੀ ਹੈ ਜੋ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਰਹਿ ਕੇ ਹੋਣਾ ਉਹੀ ਕੁਝ ਹੈ ਜੋ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਨਿਜ਼ਮ ਦੇ ਵਿੱਚ ਰਹਿ ਕੇ ਹੋਣਾ ਉਹੀ ਕੁਝ ਹੈ। ਬੰਦਿਆ ਜਿੰਨਾ ਮਰਜ਼ੀ ਜ਼ੋਰ ਲਗਾ ਲੈ, ਮਾਨਕ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਇੱਕ ਹੈ ਭਗਵਾਨ, ਅਕਾਲ ਪੁਰਖ ਇੱਕ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਨੁੱਖ ਦੇ ਵੇਖੋ, ਜਦੋਂ ਜਿਹੜੇ ਸੱਜਣ ਬਾਣੀ ਪੜ੍ਹਦੇ ਹਨ, ਬਾਣੀ ਪੜ੍ਹਦਿਆਂ ਇੱਕ ਗੱਲ ਤੁਸੀਂ ਕਦੇ ਨੋਟ ਕਰਿਓ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਦੇ ਉੱਪਰ ਬੜਾ ਜ਼ੋਰ ਦਿੱਤਾ ਗਿਆ, ਵਾਰ-ਵਾਰ ਇੱਕ ਦੀ ਗੱਲ ਕੀਤੀ ਗਈ ਹੈ। ਤੂੰ ਦਰਿਆਓ ਸਭ ਤੁਝ ਹੀ ਮਾਏ, ਤੁਝ ਬਿਨ ਦੂਜਾ ਕੋਈ ਨਾ ਹੈ, ਦੂਜਾ ਤਾਂ ਹੈ ਹੀ ਨਹੀਂ, ਇੱਕ ਦੀ ਗੱਲ ਕੀਤੀ ਹੈ। ਕਰਨ ਕਾਰਨ ਪ੍ਰਭ ਏਕ ਹੈ ਦੂਸਰਾ ਨਾਹੀ ਕੋਈ, ਇਹਦੀ ਗੱਲ ਕੀਤੀ ਹੈ। ਕਿੱਥੇ ਕਿੱਥੇ ਆਪਾਂ ਲੱਭੀਏ, ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ। ਫਿਰ ਅੱਗੀ ਗੱਲ ਕੀਤੀ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਫਿਰ ਗੱਲ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਕੀ ਕਹਿੰਦੇ ਏਕ ਪਿਤਾ ਏਕ ਸਕੇ ਹਮ ਬਾਰਕ। ਫਿਰ ਗੱਲ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਏਕੋ ਜਪ ਏਕ ਸਲਾਹ ਏਕ ਸਿਮਰ ਏਕ ਮਨ ਆ, ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ, ਏਕ ਭਗਵੰਤ ਏਕੋ ਏਕ ਹਰਿਆ ਪੂਰਨ ਪੂਰ ਰਹਿਓ ਪ੍ਰਭ ਵਿਆਪ, ਅਣਕ ਵਿਸਥਾਰ ਏਕ ਤੇ ਭਏ ਏਕ ਰਾਤ ਪ੍ਰਾਚਤ ਗਏ, ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿੱਖ ਨੂੰ ਵਾਰ-ਵਾਰ ਕਿਉਂ ਗੱਲ ਕਹੀ ਕਿ ਸਿੱਖ ਦੀ ਸੁਰਤ ਦੇ ਵਿੱਚ ਇਹ ਗੱਲ ਦ੍ਰਿੜ ਹੋ ਜਾਵੇ, ਪੱਕੀ ਹੋ ਜਾਵੇ, ਸਿੱਖਾ ਇੱਕ ਅਕਾਲ ਪੁਰਖ ਹੈ, ਇੱਕ ਨਿਜ਼ਮ ਕੰਮ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇੱਕ ਹੁਕਮ ਅਕਾਲ ਪੁਰਖ ਦਾ ਹੈ, ਉਹਦੇ ਹੁਕਮ ਦੇ ਵਿੱਚ ਬਾਕੀ ਸਾਰੇ ਜੀਵ ਚੱਲਦੇ ਨੇ। ਇੱਕ ਨੂੰ ਮੰਨ, ਦੂਜੇ ਵੱਲ ਧਿਆਨ ਨਾ ਲੈ ਕੇ ਜਾ, ਦੂਜੇ ਪਾਸੇ ਚੇਤਾ ਹੀ ਨਾ ਕਰ। ਹੁਣ ਦੂਜੇ ਦੀ ਗੱਲ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿਹੜਾ ਬੰਦੇ ਦੂਜਿਆਂ ਨੂੰ ਮੰਨਦੇ ਨੇ, ਕਹਿੰਦੇ ਨੇ ਜੇਕਰ ਕੋਈ ਮਨੁੱਖ ਦੂਜਾ ਸਿਮਰਨ ਨਾਨਕਾ ਹੋਏ ਮਰਸਣ ਬੁੱਟ, ਜਿਹੜੇ ਦੂਜੇ ਨੂੰ ਚੇਤੇ ਕਰਦੇ ਨੇ, ਦੂਜੇ ਨੂੰ ਸੇਵਾ ਕਰਦੇ ਨੇ, ਜਿਹੜੀ ਉਹਨੂੰ ਚੇਤੇ ਕਰੀ ਜਾਣਾ, ਕਿ ਜਿਹੜੇ ਦੂਜੇ ਨੂੰ ਸੇਵਾ ਕਰਦੇ ਨੇ ਹੋਏ ਮਰਸਣ ਬੁੱਟ, ਉਹ ਬੋਟ ਹੋ ਮਰਦੇ ਨੇ। ਭਾਵ ਜਦੋਂ ਕੋਈ ਚਿੜੀ ਦਾ ਇੱਕ ਛੋਟਾ ਜਿਹਾ ਬੱਚਾ ਜਿਹੜਾ ਬੋਟ ਦੇ ਰੂਪ ਚ ਹੁੰਦਾ ਹੈ, ਜਦੋਂ ਉਹ ਡਿੱਗ ਪੈਂਦਾ ਹੈ ਨਾ, ਉਹਨੂੰ ਕੋਈ ਕੀੜੀਆਂ ਘੜੀਸੀ ਫਿਰਦੀਆਂ ਨੇ, ਕੋਈ ਪੰਛੀ ਚੁੱਕ ਕੇ ਲੈ ਜਾਂਦਾ ਹੈ, ਭਾਵ ਉਹ ਨਿਆਸਰਾ ਹੋ ਕੇ ਮਰ ਜਾਂਦਾ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਦੀ ਗੱਲ ਕੀਤੀ ਹੈ। ਭਗਤ ਧੰਨਾ ਜੀ ਨੇ ਕਿਸੇ ਪੱਥਰ ਦੀ ਪੂਜਾ ਨਹੀਂ ਕੀਤੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਧੰਨਾ ਜੀ ਦੇ 3 ਸ਼ਬਦ ਦਰਜ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 3 ਸ਼ਬਦ, 2 ਆਸਾ ਰਾਗ ਵਿੱਚ ਨੇ, 1 ਧਨਾਸਰੀ ਰਾਗ ਵਿੱਚ। ਇੱਕ ਸ਼ਬਦ ਜਿਹੜਾ ਆਪਾਂ ਪੜ੍ਹ ਰਹੇ ਹਾਂ, ਰੇ ਚਿਤ ਚੇਤਸ ਕੀਨਾ ਦਇਆਲ ਦਮੋਦਰ, ਬਿਬਹਿ ਨਾ ਜਾਣਸ ਕੋਈ, ਇਹ ਆਸਾ ਰਾਗ ਵਿੱਚ। ਦੂਜਾ ਸ਼ਬਦ ਹੈ ਭ੍ਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ,
ਇਹ ਦੂਜਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤੀਜਾ ਸ਼ਬਦ ਜਿਹੜਾ ਧਨਾਸਰੀ ਰਾਗ ਦੇ ਵਿੱਚ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਦਾਲ ਸੀਧਾ ਵਾਂਗੂ ਕੀਓ ਹਮਰਾ ਖੁਸ਼ੀ ਕਰੇ ਨਿਤ ਜੀਓ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਧੰਨਾ ਜੀ ਦੇ ਮੌਜੂਦ ਨੇ। ਹੁਣ ਇੱਕ ਗੱਲ ਹੋਰ, ਭਗਤ ਜੀ ਤੁਸੀਂ ਪੱਥਰ ਦੇ ਵਿੱਚੋਂ ਰੱਬ ਨੂੰ ਪਾਇਆ ਸੀ। ਭਗਤ ਧੰਨਾ ਜੀ ਖੁਦ ਕਹਿੰਦੇ ਨੇ, ਕਹਿੰਦੇ ਧੰਨੇ ਨੇ ਪੱਥਰ ਚੋਂ ਨਹੀਂ ਪਾਇਆ। ਕਿੱਥੋਂ ਪਾਇਆ? ਧੰਨੇ ਧਨ ਪਾਇਆ ਧਰਨੀ ਧਰ, ਕਿੱਥੋਂ? ਮਿਲ ਜਨ ਸੰਤ ਸਮਾਨਿਆ। ਮੈਂ ਸਤ ਸੰਗੀਆਂ ਦੀ ਸੰਗਤ ਕੀਤੀ, ਮਿਲ ਜਨ ਸੰਤ ਸਮਾਨਿਆ। ਮੈਂ ਸੰਗਤਾਂ ਦੇ ਵਿੱਚ ਸਮਾ ਗਿਆ, ਭਾਵ ਸੰਗਤ ਕਰਨੀ ਸ਼ੁਰੂ ਕੀਤੀ। ਉਹਨਾਂ ਸੰਗਤਾਂ ਦੇ ਵਿੱਚੋਂ ਮੈਨੂੰ ਰੱਬ ਦੀ ਪ੍ਰਾਪਤੀ ਹੋ ਗਈ, ਪ੍ਰਮਾਤਮਾ ਦੇ ਨਾਮ ਨਾਲ ਜੁੜ ਗਿਆ। ਧੰਨੇ ਧਨ ਪਾਇਆ ਧਰਨੀ ਧਰ, ਮਿਲ ਜਨ ਸੰਤ ਸਮਾਨਿਆ। ਹੁਣ ਇੱਕ ਗੱਲ ਹੋਰ ਨੋਟ ਕਰੋ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੱਥੇ ਭਗਤ ਧੰਨਾ ਜੀ ਦਾ ਇਹ ਸ਼ਬਦ ਦਰਜ ਹੈ, ਕਿ ਉੱਥੇ ਜੇਕਰ ਆਪਾਂ ਇਹ ਮੰਨ ਲਈਏ ਕਿ ਭਗਤ ਧੰਨਾ ਜੀ ਦੀ ਪੱਥਰ ਦੀ ਪੂਜਾ ਕਰਦੇ ਰਹੇ ਨੇ, ਕੀ ਇੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਦਾਂ ਹੋ ਸਕਦਾ ਇੱਕ ਪਾਸੇ ਕਿਹਾ ਹੋਵੇ ਕਿ ਪੱਥਰ ਦੀ ਪੂਜਾ ਨਹੀਂ ਕਰਨੀ, ਤੇ ਦੂਜਾ ਪੱਥਰ ਪੂਜਕ ਨੂੰ ਆਪਣੇ ਕੋਲ ਖੜਾ ਕਰ ਲਿਆ ਹੋਵੇ, ਆਪਣੇ ਕੋਲ ਬਿਠਾ ਲਿਆ ਹੋਵੇ? ਕਦੇ ਐਦਾਂ ਹੋ ਸਕਦਾ? ਹੋ ਹੀ ਨਹੀਂ ਸਕਦਾ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਇੱਕ ਵਿਚਾਰਧਾਰਾ, ਭਾਵੇਂ ਉਹ ਪਹਿਲੇ ਪੰਨੇ ਤੇ ਆ ਭਾਵੇਂ ਉਹ ਅਖੀਰਲੇ ਪੰਨੇ ਤੇ, ਸਾਰੇ ਐਸਾ ਨਹੀਂ ਕਿ ਪਹਿਲੇ ਪੰਨੇ ਤੋਂ ਕੁਝ ਹੋਰ ਵਿਚਾਰਧਾਰਾ ਚੱਲਦੀ ਆਉਂਦੀ ਸੀ, ਅਖੀਰ ਤੱਕ ਪਹੁੰਚਦੇ ਵਿਚਾਰਧਾਰਾ ਬਦਲ ਗਈ। ਐਦਾਂ ਕਦੇ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੱਥਰ ਵਾਲ ਪੂਜਣ ਵਾਲਿਆਂ ਬਾਰੇ ਕਿਹਾ ਗਿਆ ਹੈ, ਕਹਿੰਦੇ ਨੇ ਏਕੈ ਪਾਥਰ ਕੀਜੈ ਭਾਉ। ਜਿਹੜੇ ਪੱਥਰ ਪੂਜਦੇ ਨੇ ਉਹਨਾਂ ਦੇ ਅੱਗੇ ਸਵਾਲ ਖੜਾ ਕੀਤਾ, ਕਹਿੰਦੇ ਜੇ ਤੁਸੀਂ ਪੱਥਰ ਪੂਜਦੇ ਹੋ, ਇੱਕ ਪੱਥਰ ਹੈ ਘੜਿਆ ਹੈ, ਇੱਕ ਪੱਥਰ ਦੀ ਮੂਰਤੀ ਬਣਾ ਲਈ, ਘੜ ਲਿਆ, ਬਣਾ ਲਿਆ, ਉਹਨੂੰ ਪੂਜਾ ਕਰਨੀ ਸ਼ੁਰੂ ਕੀਤੀ, ਘਰਾਂ ਦੇ ਵਿੱਚ ਰੱਖੇ ਹੋਏ ਨੇ, ਉਹਨਾਂ ਦੇ ਅੱਗੇ ਅਗਰਬੱਤੀਆਂ ਧੂਫਾਂ ਮੱਥੇ ਟੇਕਣੇ, ਬੜਾ ਕੁਝ ਚੱਲ ਰਿਹਾ ਹੈ ਉੱਥੇ। ਕਹਿੰਦੇ ਇੱਕ ਪਾਥਰ ਕੀਜੈ ਭਾਉ, ਇੱਕ ਪੱਥਰ ਨੂੰ ਤੁਸੀਂ ਪ੍ਰੇਮ ਕਰ ਰਹੇ ਹੋ, ਦੂਜੇ ਪਾਥਰ ਧਰੀਏ ਪਾਉ, ਦੂਜਾ ਪੱਥਰ ਤੁਹਾਡੇ ਪੈਰਾਂ ਦੇ ਹੇਠਾਂ ਫਰਸ਼ ਦੇ ਰੂਪ ਦੇ ਵਿੱਚ ਲੱਗਾ ਹੋਇਆ ਹੈ, ਤੁਹਾਡੇ ਥਾਂ ਥਾਂ ਤੇ ਘਰਾਂ ਦੇ ਵਿੱਚ ਲੱਗਾ ਹੋਇਆ ਹੈ। ਕਹਿੰਦੇ ਇੱਕੋ ਹੀ ਪੱਥਰ ਹੈ, ਇੱਕੋ ਰੱਬ ਬਣ ਗਿਆ, ਦੂਜਾ ਪੱਥਰ ਉਹ ਪੈਰਾਂ ਦੇ ਵਿੱਚ ਪਹੁੰਚ ਗਿਆ। ਇੱਕ ਪਾਥਰ ਕੀਜੈ ਭਾਉ, ਦੂਜੇ ਪਾਥਰ ਧਰੀਏ ਪਾਉ, ਜੇ ਉਹ ਦਿਓ ਤਾਂ ਉਹ ਵੀ ਦੇਵਾ। ਕਹਿੰਦੇ ਜੇ ਤੁਸੀਂ ਉਹਨੂੰ ਪੂਜਦੇ ਹੋ ਫਿਰ ਪੂਜੋ ਇਹਨੂੰ ਵੀ ਨਾਲ ਲੱਗਦਾ, ਕਿਉਂਕਿ ਦੋਨੇ ਤਾਂ ਪੱਥਰ ਨੇ। ਇਸ ਕਰਕੇ ਕਹਿੰਦੇ ਇੱਕ ਪਾਥਰ ਕੀਜੈ ਭਾਉ, ਦੂਜੇ ਪਾਥਰ ਧਰੀਏ ਪਾਉ, ਜੇ ਉਹ ਦਿਓ ਤਾਂ ਉਹ ਵੀ ਦੇਵਾ। ਕਹੈ ਨਾਮ ਦਿਓ ਹਮ ਹਰ ਕੀ ਸੇਵਾ। ਨਾਮਦੇਵ ਕਹਿੰਦਾ ਮੈਨੂੰ ਤੁਹਾਡੇ ਪੱਥਰ ਪੂਜਣ ਦੀ ਲੋੜ ਨਹੀਂ, ਮੈਂ ਤਾਂ ਅਕਾਲ ਪੁਰਖ ਦੀ ਸੇਵਾ ਦੇ ਵਿੱਚ ਲੱਗਾ ਹੋਇਆ ਹਾਂ, ਮੈਂ ਤਾਂ ਅਕਾਲ ਪੁਰਖ ਦੇ ਨਾਮ ਦੇ ਵਿੱਚ ਜੁੜਿਆ ਹੋਇਆ ਹਾਂ। ਬਾਬਾ ਕਬੀਰ ਜੀ ਕਹਿੰਦੇ, ਕਬੀਰ ਪਾਥਰ ਪੂਜੈ ਮੋਲ ਲੈ। ਪੱਥਰ ਮੁੱਲ ਖਰੀਦ ਕੇ ਲਿਆਂਦਾ, ਇੱਕ ਮੁੱਲ ਬਣਾਇਆ ਉਹਦਾ ਪੱਥਰ ਦਾ। ਪੱਥਰ ਦੀ ਭਗਵਾਨ ਦੀ ਮੂਰਤੀ ਬਣਾਈ ਹੁੰਦੀ ਹੈ ਅਲੱਗ-ਅਲੱਗ ਸਾਈਜ਼ ਦੇ ਵਿੱਚ, ਕੋਈ ਛੋਟੀ ਕੋਈ ਵੱਡੀ, ਹੋਰ ਵੱਡੀ ਹੋਰ ਵੱਡੀ। ਉਹ ਪੱਥਰ ਫਿਰ ਵਿਕਦੇ ਨੇ, ਕੋਈ 100 ਦਾ, ਕੋਈ 500 ਦਾ, 1000 ਦਾ, 5000 ਦਾ, 10000 ਦਾ ਵਿਕਦਾ ਹੈ। ਕੀ ਭਗਵਾਨ ਵਿਕਾਊ ਹੈ? ਕੀ ਰੱਬ ਵਿਕਾਊ ਹੈ? ਵਿਕਦਾ ਹੈ ਰੱਬ? ਪਾਤਸ਼ਾਹ ਜੀ ਨੇ ਤਾਂ ਬਾਣੀ ਦੇ ਵਿੱਚ ਇਹ ਗੱਲ ਕਹੀ ਹੋਈ ਹੈ, ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਅਕਾਲ ਪੁਰਖ ਦਾ ਤੇ ਮੁੱਲ ਹੀ ਨਹੀਂ ਪੈ ਸਕਦਾ। ਹੁਣ ਇੱਕ ਪਾਸੇ ਰੱਬ ਨੂੰ ਮੁੱਲ ਪਾਇਆ ਜਾਂਦਾ ਕਿ 500 ਦਾ ਭਗਵਾਨ ਹੈ, 1000 ਦਾ ਭਗਵਾਨ ਹੈ। ਕੀ ਇਦਾਂ ਦਾ ਪੱਥਰ ਪੂਜਕ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਜਗ੍ਹਾ ਹੋ ਸਕਦੀ ਸੀ, ਮਿਲ ਸਕਦੀ ਸੀ? ਕਦੇ ਵੀ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹੋ ਜਿਹਾ ਭਗਤ ਨਹੀਂ ਹੈਗਾ ਜਿਹਨੇ ਪੱਥਰ ਦੀ ਪੂਜਾ ਕੀਤੀ ਹੋਵੇ। ਭਗਤ ਧੰਨਾ ਜੀ ਨੇ ਖੁਦ ਸੰਗੀਆਂ ਦੇ ਕੋਲ ਰਹੇ ਨੇ, ਭਗਤ ਰਾਮਾਨੰਦ ਜੀ ਨਾਲ ਇਹਨਾਂ ਦਾ ਮਿਲਾਪ ਹੁੰਦਾ ਰਿਹਾ ਹੈ। ਭਗਤ ਧੰਨਾ ਜੀ ਤੇ ਭਗਤ ਰਾਮਾਨੰਦ ਜੀ ਦੋਨੇ ਆਪਸ ਦੇ ਵਿੱਚ ਵਿਚਾਰਧਾਰਾ ਉਹਨਾਂ ਦੀ ਦੋਨਾਂ ਦੀ ਇੱਕ ਸੀ। ਔਰ ਜਿੱਥੇ ਭਗਤ ਰਾਮਾਨੰਦ ਜੀ ਨੇ ਵੀ ਕਈ ਜਗ੍ਹਾ ਦੇ ਉੱਪਰ ਜਾ ਕੇ ਆਪਣੀਆਂ ਆਸਥਾਵਾਂ ਰੱਖੀਆਂ, ਸ਼ਰਧਾਵਾਂ ਰੱਖੀਆਂ, ਇਹ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਘਰ ਦੇ ਵਿੱਚ ਹੀ ਇਹ ਸਾਰਾ ਕੁਝ, ਹਿਰਦੇ ਦੇ ਵਿੱਚੋਂ ਸਭ ਕੁਝ ਦੀ ਪ੍ਰਾਪਤੀ ਹੋਣੀ ਹੈ, ਉਸ ਤੋਂ ਬਾਅਦ ਉਹ ਵੀ ਰੱਬ ਵਾਲੇ ਪਾਸੇ ਜੁੜੇ। ਰਾਮਾਨੰਦ ਨੂੰ ਵੇਖ ਕੇ ਭਗਤ ਧੰਨਾ ਜੀ ਵੀ ਇਸ ਪਾਸੇ ਆ ਚੁੱਕੇ ਸਨ। ਇਸ ਕਰਕੇ ਭਗਤ ਧੰਨਾ ਜੀ ਅਕਾਲ ਪੁਰਖ ਪ੍ਰਮਾਤਮਾ ਦੇ ਪੁਜਾਰੀ ਨੇ, ਉਹਨਾਂ ਨੂੰ ਮੰਨਣ ਪੂਜਣ ਵਾਲੇ ਨੇ। ਔਰ 4 ਪੁੱਤਰ ਤੇ 1 ਧੀ ਸੀ ਭਗਤ ਧੰਨਾ ਜੀ ਦੀ। ਇਤਿਹਾਸ ਦੇ ਮੁਤਾਬਕ ਦੇਵਾ ਜੀ, ਤੇਜ ਜੀ, ਤਖਤ ਜੀ ਤੇ ਤਿਆਗ ਜੀ, ਇਹ 4 ਬੇਟੇ ਨੇ ਭਗਤ ਧੰਨਾ ਜੀ ਦੇ। ਔਰ 1 ਬੇਟੀ ਹੈ
ਬੀਬੀ ਮੰਗੀ ਜੀ। ਭਗਤ ਧੰਨਾ ਜੀ ਦੇ 4 ਬੇਟੇ ਨੇ, ਦੁਬਾਰਾ ਸਰਵਣ ਕਰਿਓ। ਦੇਵਾ ਜੀ, ਤੇਜ ਜੀ, ਤਖਤ ਜੀ, ਤਿਆਗ ਜੀ, 4 ਬੇਟੇ ਨੇ ਔਰ ਇੱਕ ਬੇਟੀ ਹੈ ਬੀਬੀ ਮੰਗੀ ਜੀ। ਸੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਭਗਤ ਧੰਨਾ ਜੀ ਦੇ ਜਿਹੜੇ ਨੇ ਉਹ 3 ਸ਼ਬਦ ਨੇ। ਔਰ ਭਗਤ ਧੰਨਾ ਜੀ ਦਾ ਜਨਮ ਰਾਜਸਥਾਨ ਦੇ ਜਿਹੜਾ ਟਾਂਕ ਵਿੱਚ ਪਿੰਡ ਧੁਆਣ ਕਲਾਂ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਹੈ। ਅੱਜ ਦੇ ਦਿਨ 20 ਅਪ੍ਰੈਲ 1415 ਨੂੰ ਭਗਤ ਧੰਨਾ ਜੀ ਦਾ ਜਨਮ ਹੋਇਆ ਹੈ। ਸਤਿਗੁਰੂ ਜੀ ਕਿਰਪਾ ਕਰਨ ਅੱਜ ਭਗਤ ਧੰਨਾ ਜੀ ਦਾ ਜਨਮ ਦਿਨ ਵੀ ਹੈ ਔਰ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਆਪਾਂ ਵਿਚਾਰਾਂ ਦੀ ਵੀ ਸਾਂਝ ਪਾਈ ਹੈ। ਇਤਨੀ ਬੇਨਤੀ ਪ੍ਰਵਾਨ ਕਰਨੀ। ਭੁੱਲ ਚੁੱਕ ਦੀ ਖਿਮਾ ਆਪ ਸੁਭਤ ਸੰਗਤਾਂ ਦਾ ਧੰਨਵਾਦ। ਅਸੀਸ ਬਖਸ਼ਿਓ ਜੀ। ਅਦਬ ਸਹਿਤ ਆਖਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।